ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ ਵਚਨ ਦਾ ਮਨਨ ਕਰਨ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਦੇ ਵਿੱਚ ਜਾਵਾਂਗੇ। ਦਿਆਲੂ ਪ੍ਰਭੂ, ਅਸੀਂ ਆਪ ਦਾ ਧੰਨਵਾਦ, ਆਪ ਦੀ ਮਹਿਮਾ, ਆਪ ਦੀ ਵਡਿਆਈ ਕਰਦੇ ਹਾਂ। ਆਪ ਸਾਨੂੰ ਨਿਤ ਪ੍ਰਤੀ ਦਿਨ ਆਪਣੀ ਬਾਣੀ ਦੇ ਨਾਲ ਜੀਵਨ ਦਿੰਦੇ ਹੋ ਕਿ ਅਸੀਂ ਤੇਰੀ ਸੁੰਦਰ ਗੱਲਾਂ ਨੂੰ ਸਿੱਖ ਕੇ ਔਰ ਸੁੰਦਰ ਗੱਲਾਂ ਨੂੰ ਜਾਣ ਕੇ ਤੇਰੇ ਵਿੱਚ ਵੱਧ ਸਕੀਏ ਔਰ ਤੇਰੀ ਮਹਿਮਾ ਕਰ ਸਕੀਏ। ਤੇਰੇ ਭੇਤਾਂ ਨੂੰ ਨਿਤ ਪ੍ਰਤੀ ਦਿਨ ਸੱਚਾਈ ਦੇ ਨਾਲ ਜਾਣਦਿਆਂ ਹੋਇਆਂ ਤੇਰੇ ਵਿੱਚ ਪਾਏ ਜਾਈਏ। ਅਜਿਹਾ ਹੋਣ ਦੇ ਲਈ ਮਦਦ ਕਰ। ਅੱਜ ਦੇ ਇਸ ਵਚਨ ਨੂੰ ਆਪ ਦੇ ਹੱਥਾਂ ਵਿੱਚ ਸੌਂਪ ਦਿੰਦੇ ਹਾਂ। ਸੁਣਨ ਵਾਲੇ ਅਤੇ ਬੋਲਣ ਵਾਲੇ ਦੇ ਉੱਤੇ ਆਪਣੀ ਕਿਰਪਾ ਕਰ, ਤਾਂ ਕਿ ਉਹ ਤੇਰੀ ਸੱਚਾਈ ਨੂੰ ਸਵੀਕਾਰ ਕਰਕੇ ਤੈਨੂੰ ਮੁਕਤੀ ਦਾਤਾ ਮੰਨ ਕੇ ਤੇਰੇ ਨਾਮ ਦੀ ਵਡਿਆਈ ਕਰੇ। ਇੱਕ ਇੱਕ ਪਲ ਦੇ ਲਈ ਸਭੋ ਕੁਝ ਤੇਰੇ ਹੱਥਾਂ ਵਿੱਚ ਸੌਂਪਦੇ ਹੋਏ ਬੇਨਤੀ ਮੁਕਤੀ ਦਾਤੇ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਤੇ ਸਮਰਥੀ ਨਾਮ ਵਿੱਚ ਮੰਗਦੇ ਹਾਂ, ਆਮੇਨ। ਪਿਆਰੇ ਅਜ਼ੀਜ਼, ਅੱਜ ਦੇ ਜੋ ਵਚਨ ਦਾ ਮੈਂ ਭਾਗ ਲਿਆ ਹੈ ਉਹ ਲਿਆ ਹੈ ਆਮੋਸ ਦੀ ਪੁਸਤਕ, ਉਸਦਾ 5 ਅਧਿਆਇ, ਉਸਦੀ 12 ਤੋਂ 13 ਅਤੇ 14 ਆਇਤਾਂ ਤੱਕ ਦਾ ਲਿਆ ਹੈ। ਇਸ ਜਗ੍ਹਾ ਦੇ ਉੱਤੇ ਲਿਖਿਆ ਹੈ, ਮੈਂ ਤੁਹਾਡੀਆਂ ਬਹੁਤਿਆਂ ਅਪਰਾਧਾਂ ਨੂੰ ਅਤੇ ਤੁਹਾਡੀਆਂ ਵੱਡੀਆਂ ਪਾਪਾਂ ਨੂੰ ਜਾਣਦਾ ਹਾਂ। ਤੁਸੀਂ ਜੋ ਧਰਮੀ ਦੇ ਸਤਾਉਣ ਵਾਲੇ ਅਤੇ ਵਢੀ ਲੈਣ ਵਾਲੇ ਹੋ, ਜੋ ਫਾਟਕਾਂ ਵਿੱਚ ਕੰਗਾਲਾਂ ਦਾ ਹੱਕ ਮਾਰਦੇ ਹੋ। ਸੋ ਜਿਹੜਾ ਚਤਰ ਹੈ ਉਹ ਉਸ ਸਮੇਂ ਦੇ ਵਿੱਚ ਚੁੱਪ ਸਾਧ ਲਵੇ, ਕਿਉਂ ਜੋ ਇਹ ਵੇਲਾ ਬੁਰਾ ਹੈ। ਭਲਾ ਕਰੋ, ਭਲਾ ਪਾਲੋ, ਨਾ ਕਿ ਬੁਰਾ, ਤਾਂ ਜੋ ਤੁਸੀਂ ਜਿਉਂਦੇ ਰਹੋ ਅਤੇ ਇਉਂ ਯਹੋਵਾ ਸੈਨਾ ਦਾ ਪਰਮੇਸ਼ਰ ਤੁਹਾਡੇ ਅੰਗ ਸੰਗ ਹੋਵੇਗਾ, ਜਿਵੇਂ ਤੁਸੀਂ ਕਹਿੰਦੇ ਹੋ। ਬਦੀ ਤੋਂ ਘਿਣ ਕਰੋ, ਨੇਕੀ ਨੂੰ ਪਿਆਰ ਕਰੋ, ਫਾਟਕ ਵਿੱਚ ਇਨਸਾਫ ਕਾਇਮ ਕਰੋ। ਸ਼ਾਇਦ ਯਹੋਵਾ ਸੈਨਾ ਦਾ ਪਰਮੇਸ਼ਰ ਯੂਸਫ ਦੇ ਵਕੀਏ ਨਾਲ ਦਇਆ ਕਰੇ। ਇਸ ਦਾ ਜੋ ਮੈਂ ਵਿਸ਼ਾ ਲਿਆ ਹੈ, ਜੀਵਨ ਪ੍ਰਾਪਤ ਕਰਨ ਲਈ ਪਾਪਾਂ ਤੋਂ ਮੁੜੋ। ਜੀਵਨ ਪ੍ਰਾਪਤ ਕਰਨ ਦੇ ਲਈ ਪਾਪਾਂ ਤੋਂ ਮੁੜੋ। ਜਦੋਂ ਮੈਂ ਆਮੋਸ ਦੀ ਪੁਸਤਕ ਪੜ੍ਹ ਰਿਹਾ ਸੀ, ਇਹ ਬੜੀ ਹੀ ਦਿਲਚਸਪ ਪੁਸਤਕ ਹੈ। ਇਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਅਜਿਹੀਆਂ ਹੈ ਜਿਹੜੀਆਂ ਕਿ ਸਾਡੇ ਜੀਵਨ ਦੇ ਵਿੱਚ ਪਰਮੇਸ਼ਰ ਦੀ ਸੱਚਾਈ ਨੂੰ ਅਤੇ ਪਰਮੇਸ਼ਰ ਦੇ ਆਤਮਿਕ ਭੇਟਾਂ ਨੂੰ ਅਤੇ ਮਨੁੱਖ ਦੀ ਜੀਵਨ ਸ਼ੈਲੀ ਨੂੰ ਪ੍ਰਗਟ ਕਰਦੀਆਂ। ਮੈਂ ਆਪ ਨੂੰ ਦੱਸ ਦੇਣਾ ਚਾਹੁੰਦਾ ਹਾਂ, ਆਮੋਸ ਜਿਹੜਾ ਸ਼ਬਦ ਹੈ, ਇਹਦਾ ਅਰਥ ਜਿਹੜਾ ਹੈਗਾ ਬੋਝ ਜਾਂ ਬੋਝ ਚੁੱਕਣ ਵਾਲਾ ਹੋ ਸਕਦਾ ਹੈ। ਅਤੇ ਮੈਂ ਆਪ ਨੂੰ ਇਹ ਵੀ ਦੱਸ ਦੇਣਾ ਚਾਹੁੰਦਾ ਹਾਂ ਕਿ ਆਮੋਸ ਜਿਹੜਾ ਸੀ, ਉਸ ਦੀ ਇੱਕ ਚਾਹਤ ਸੀ ਕਿ ਉਹ ਜਿੰਨੇ ਵੀ ਲੋਕ ਇਸ ਸਮੇਂ ਦੇ ਵਿੱਚ ਸੀ, ਉਹਨਾਂ ਦੀ ਸੱਚੀ ਆਰਾਧਨਾ ਦੀ ਕਮੀ ਅਤੇ ਅਧਾਰਮਿਕਤਾ ਇਹਨਾਂ ਪਾਪਾਂ ਨੂੰ ਭਵਿੱਖ ਵਕਤਾ ਪ੍ਰਗਟ ਕਰਦਾ ਨਜ਼ਰ ਆ ਰਿਹਾ। ਕਿਉਂਕਿ ਸੱਚੀ ਆਰਾਧਨਾ ਦੇ ਵਿੱਚ ਇਹਨਾਂ ਦੀ ਕਮੀ ਸੀ। ਇਹ ਇੱਕ ਬਹੁਤ ਵੱਡਾ ਇਹਨਾਂ ਦੇ ਵਿੱਚ ਕਾਰਜ ਪਾਇਆ ਜਾ ਰਿਹਾ ਸੀ, ਜਿਸ ਤੋਂ ਇਹ ਨਬੀ ਇਹ ਗੱਲ ਕਰ ਰਿਹਾ ਹੈ। ਔਰ ਇਸ ਦੇ ਵਿੱਚ ਮੈਨੂੰ ਬਹੁਤ ਵਧੀਆ ਗੱਲ ਇਹ ਲੱਗੀ ਹੈ ਕਿ ਜਿਹੜਾ ਆਮੋਸ ਹੈ ਉਹ ਪ੍ਰਭੂ ਯਿਸੂ ਮਸੀਹ ਨੂੰ ਸਵਰਗੀਏ ਕਿਸਾਨ ਦੀ ਤਰ੍ਹਾਂ ਵੇਖਦਾ ਹੈ। ਮੈਂ ਇਸ ਦੇ ਹੁਣ ਸੱਚਾਈ ਦੇ ਭੇਤਾਂ ਦੇ ਉੱਤੇ ਆਪ ਦੇ ਨਾਲ ਗੱਲ ਕਰਨ ਜਾ ਰਿਹਾ ਹਾਂ। ਇੱਥੇ ਨਬੀ ਜਿਹੜਾ ਹੈ, ਇਸਰਾਇਲ ਨੂੰ ਜਦੋਂ ਇਸ ਦੇ ਭੇਤ ਨੂੰ ਮੈਂ ਪੜ੍ਹਦਾ ਹਾਂ ਤਾਂ ਇਹਦੇ ਵਿੱਚ ਯਰੋਬਾਮ ਦੇ ਸ਼ਾਸਨ ਦੇ ਸਮੇਂ, ਜਦੋਂ ਅਸੀਂ ਆਮੋਸ ਦੀ ਪੁਸਤਕ ਨੂੰ ਪੜ੍ਹਦੇ ਹਾਂ ਤਾਂ ਯਰੋਬਾਮ ਦੇ ਸ਼ਾਸਨ ਦੇ ਸਮੇਂ ਉਹਨਾਂ ਦੇ ਵਿੱਚ ਅਸ਼ਾਂਤੀ ਦੇ ਕੰਮ ਹੋ ਰਹੇ ਸੀ। ਸੱਚੀ ਆਰਾਧਨਾ ਨਹੀਂ ਸੀ।
ਸੱਚੀ ਭਗਤੀ ਨਹੀਂ ਸੀ। ਧਾਰਮਿਕਤਾ ਦੇ ਕੰਮ ਧਾਰਮਿਕਤਾ ਦੇ ਨਹੀਂ ਸੀ, ਬਲਕਿ ਪਾਪ ਦੇ ਨਾਲ ਲਿਪਤ ਹੋ ਚੁੱਕੇ ਸੀ। ਇਸ ਕਰਕੇ ਨਬੀ ਇੱਥੇ ਕਹਿੰਦਾ ਹੈ, ਪਰਮੇਸ਼ਰ ਦੀ ਆਵਾਜ਼ ਨੂੰ ਉਹਨਾਂ ਲੋਕਾਂ ਦੇ ਵਿੱਚ ਜਿਹੜੇ ਉਹਦੇ ਜਾਣਨ ਵਾਲੇ ਸੀ ਉਹਨਾਂ ਨੂੰ ਪ੍ਰਗਟ ਕਰ ਰਿਹਾ ਹੈ। ਕਹਿੰਦਾ ਹੈ, ਕਿਉਂਕਿ ਮੈਂ ਜਾਣਦਾ ਹਾਂ ਕਿ ਤੁਹਾਡੇ ਪਾਪ ਭਾਰੀ ਹਨ, ਤੁਸੀਂ ਧਰਮੀ ਨੂੰ ਸਤਾਉਂਦੇ ਹੋ। ਮੈਂ ਜਾਣਦਾ ਹਾਂ ਕਿ ਤੁਹਾਡੇ ਪਾਪ ਭਾਰੀ ਹਨ, ਤੁਸੀਂ ਧਰਮੀ ਨੂੰ ਸਤਾਉਂਦੇ ਹਨ। ਪਰਮੇਸ਼ਰ ਆਮੋਸ ਨਬੀ ਦੇ ਰਾਹੀਂ ਇਸਰਾਇਲ ਦੇ ਯਰੋਬਾਮ ਦੇ ਸਮੇਂ ਦੇ ਵਿੱਚ ਉਹਨਾਂ ਦੇ ਨਾਲ ਸਿੱਧੀ ਗੱਲ ਕਰ ਰਿਹਾ। ਮੈਂ ਜਾਣਦਾ ਹਾਂ ਤੁਹਾਡੇ ਪਾਪ ਭਾਰੀ ਹਨ। ਇਹ ਭਾਰੀ ਕਿਉਂ ਸੀ? ਕਿਹੜੀਆਂ ਗੱਲਾਂ ਦੇ ਵਿੱਚ ਭਾਰੀ ਸੀ? ਕੀ ਗੱਲ ਪਰਮੇਸ਼ਰ ਨੂੰ ਉਹਨਾਂ ਦੀ ਪਤਾ ਲੱਗ ਚੁੱਕੀ ਸੀ? ਅਸੀਂ ਜੇ ਇਸ ਨੂੰ ਵੇਖੀਏ ਤਾਂ ਬਹੁਤ ਵੱਡੀ ਸੱਚਾਈ ਸਾਹਮਣੇ ਆਉਂਦੀ ਹੈ। ਯਸ਼ਾਇਆ ਨਬੀ ਦੀ ਪੁਸਤਕ 1 ਅਧਿਆਇ ਉਸ ਦੀ 23 ਆਇਤ ਦੇ ਵਿੱਚ ਕੁਝ ਇਸ ਤਰ੍ਹਾਂ ਸੱਚ ਲਿਖਿਆ ਹੋਇਆ ਹੈ ਜਿਹੜਾ ਕਿ ਸਾਨੂੰ ਪਰਮੇਸ਼ਰ ਦੇ ਪ੍ਰਤੀ ਡਰ ਨੂੰ ਪੈਦਾ ਕਰਦਾ ਹੈ। ਮੈਂ ਉਹ ਆਪ ਨੂੰ ਪੜ੍ਹ ਕੇ ਦੱਸਣ ਜਾ ਰਿਹਾ ਹਾਂ। ਇੱਥੇ ਜੋ 1:23 ਦੇ ਵਿੱਚ ਲਿਖਿਆ ਹੈ, ਤੇਰੇ ਹਾਕਮ ਹਠੀਲੇ ਅਤੇ ਚੋਰਾਂ ਨਾਲ ਮਿਲੇ ਹਨ। ਉਹ ਸਭ ਰਿਸ਼ਵਤ ਖਾਣ ਵਾਲੇ ਅਤੇ ਭੇਂਟ ਦੇ ਲਾਲਚੀ ਹਨ। ਉਹ ਅਨਾਥ ਦਾ ਨਿਆਂ ਨਹੀਂ ਕਰਦੇ ਅਤੇ ਨਾ ਵਿਧਵਾ ਦਾ ਮੁਕੱਦਮਾ ਆਪਣੇ ਕੋਲ ਆਉਣ ਦਿੰਦੇ ਹਨ। ਕਿੰਨੀ ਵੱਡੀ ਗੱਲ ਹੈ ਇੱਥੇ ਲਿਖੀ ਹੋਈ। ਕਹਿੰਦਾ ਤੇਰੇ ਹਾਕਮ ਜਿਹੜੇ ਨਿਆਈ ਆ ਉਹ ਢੀਠ ਅਤੇ ਚੋਰਾਂ ਨਾਲ ਮਿਲੇ ਹੋਏ ਆ। ਇਹ ਗੱਲ ਹਾਕਿਮਾਂ ਦੇ ਬਾਰੇ ਕੀਤੀ ਗਈ ਹੈ। ਹਾਕਿਮਾਂ ਦੇ ਨਾਲ ਮੈਂ ਸਮਝਦਾ ਹਾਂ ਕਿ ਅੱਜ ਦੇ ਕੁਝ ਸੇਵਕਾਂ ਦੇ ਬਾਰੇ ਵੀ ਕੀਤੀ ਗਈ ਹੈ। ਦੇਖਣ ਨੂੰ ਬੜੇ ਭੋਲੇ ਭਾਲੇ ਆ, ਵਚਨ ਦੇ ਭੇਤੀ ਆ, ਪਰ ਅੰਦਰ ਚੋਰਾਂ ਦੇ ਨਾਲ ਮਿਲ ਕੇ ਉਹਨਾਂ ਦੇ ਘਰਾਂ ਨੂੰ ਲੁੱਟ ਖਾਣ ਵਾਲੇ ਆ। ਬੜੀ ਸਾਵਧਾਨੀ ਦੇ ਨਾਲ ਆਪਣੇ ਜੀਵਨ ਦੇ ਵਿੱਚ ਪਰਮੇਸ਼ਰ ਦੀ ਭਗਤੀ ਕਰੋ। ਪਰਮੇਸ਼ਰ ਨੇ ਅੱਖਾਂ ਦਿੱਤੀਆਂ, ਪਰਮੇਸ਼ਰ ਨੇ ਬੁੱਧ ਦਿੱਤੀ ਹੈ, ਪਰਮੇਸ਼ਰ ਨੇ ਸਮਝ ਦਿੱਤੀ ਹੈ। ਜਾਣੋ ਕਿ ਉਹ ਤੁਹਾਡੇ ਨਾਲ ਪਰਮੇਸ਼ਰ ਦੀ ਭਗਤੀ ਦੇ ਨਾਲ ਧਾਰਮਿਕਤਾ ਦਾ, ਸੱਚਾਈ ਦਾ ਅਤੇ ਪ੍ਰੇਮ ਦਾ ਅਤੇ ਪਰਮੇਸ਼ਰ ਦੀ ਮਹਿਮਾ ਦਾ ਕਾਰਜ ਕਰ ਰਿਹਾ। ਦਿਖਾਵੇ ਦੀ ਭਗਤੀ ਤਾਂ ਨਹੀਂ ਕਰ ਰਿਹਾ। ਬਾਈਬਲ ਦੱਸਦੀ ਹੈ, ਗਿਆਨੀ ਦਾ ਗਿਆਨ ਮੇਰੇ ਅੱਗੇ ਮਿੱਥ ਹੈ, ਉਹ ਖੜਾ ਨਹੀਂ ਰਹੇਗਾ। ਇਸੇ ਤਰ੍ਹਾਂ 5:23 ਦੇ ਵਿੱਚ ਲਿਖਿਆ ਹੈ, ਉਹ ਰਿਸ਼ਵਤ ਲੈ ਕੇ ਦੁਸ਼ਟਾਂ ਨੂੰ ਨਿਰਦੋਸ਼ ਅਤੇ ਨਿਰਦੋਸ਼ਾਂ ਨੂੰ ਦੋਸ਼ੀ ਠਹਿਰਾਉਂਦੇ ਆ। ਰਿਸ਼ਵਤ ਲੈ ਕੇ ਆਮੋਸ ਦੇ ਸਮੇਂ ਦੇ ਵਿੱਚ ਯਰੋਬਾਮ ਦੀ ਇਹ ਗੱਲ ਨੂੰ ਇਹ ਪਰਮੇਸ਼ਰ ਪ੍ਰਗਟ ਕਰ ਰਿਹਾ, ਤੁਹਾਡੇ ਪਾਪ ਭਾਰੀ ਹਨ, ਮੈਂ ਜਾਣਦਾ। ਇਹਦਾ ਮਤਲਬ ਮੈਂ ਆਪ ਨੂੰ ਦੱਸਣਾ ਚਾਹੁੰਦਾ ਹਾਂ, ਪਰਮੇਸ਼ਰ ਮੇਰੇ ਅਤੇ ਆਪ ਦੇ ਅਤੇ ਸਾਰੀ ਸ੍ਰਿਸ਼ਟ ਦੇ ਜਿੰਨੇ ਵੀ ਮਨੁੱਖ ਹੈ ਉਹਨਾਂ ਦੇ ਅੰਦਰ ਦੇ ਪਾਪਾਂ ਨੂੰ ਜਾਣਦਾ। ਅੰਦਰ ਹੈ ਕੀ ਉਹਨਾਂ ਦੇ, ਉਹ ਕੀ ਸੋਚ ਰਹੇ ਆ, ਮੇਰੀ ਭਗਤੀ ਨੂੰ ਕਿਸ ਤਰ੍ਹਾਂ ਕਰ ਰਹੇ ਆ, ਕਿ ਸੱਚਾਈ ਦੇ ਨਾਲ ਉਸ ਨੂੰ ਪ੍ਰਗਟ ਕਰ ਰਹੇ ਆ ਜਾਂ ਨਹੀਂ। ਪਰਮੇਸ਼ਰ ਜਾਣਦਾ ਹੈ। ਜੇ ਮੈਂ ਪਰਮੇਸ਼ਰ ਪੁੱਤਰ ਦੀ ਸੱਚਾਈ ਨੂੰ ਆਪ ਦੇ ਅੱਗੇ ਰੱਖਾਂ ਤਾਂ ਉਹ ਬੜੀ ਹੀ ਮਹਾਨ ਹੈ। ਜਿਸ ਤਰ੍ਹਾਂ
ਮਰकुस ਦੀ ਅੰਜੀਲ ਉਸ ਦਾ 7 ਅਧਿਆਏ ਉਸ ਦੀ 21 ਤੋਂ ਲੈ ਕੇ 23 ਆਇਤਾਂ ਨੂੰ ਮੈਂ ਆਪ ਦੇ ਨਾਲ ਪੜ੍ਹ ਰਿਹਾ ਹਾਂ, ਜਿਸ ਦੇ ਵਿੱਚ ਪਰਮੇਸ਼ਰ ਪੁੱਤਰ ਨੇ ਮਨੁੱਖ ਦੇ ਅੰਦਰ ਦੀ ਸੱਚਾਈ ਨੂੰ ਖੋਲ ਕੇ ਰੱਖ ਦਿੱਤਾ। ਕੀ ਕਹਿੰਦਾ ਇੱਥੇ ਪ੍ਰਭੂ ਯਿਸੂ ਮਸੀਹ? ਕਹਿੰਦਾ ਮੈਂ ਜਾਣਦਾ ਹਾਂ ਕਿ ਤੇਰੇ ਪਾਪ ਭਾਰੀ ਆ। ਆਮੋਸ ਦੇ ਰਾਹੀਂ ਇਸਰਾਇਲ ਦੇ ਯਰੋਬਾਮ ਦੇ ਰਾਜ ਵਿੱਚ ਦੱਸ ਰਿਹਾ ਹੈ। ਔਰ ਇੱਥੇ ਪ੍ਰਭੂ ਯਿਸੂ ਮਸੀਹ ਮਨੁੱਖ ਦੇ ਅੰਦਰ ਦੇ ਪਾਪ ਦੀ ਤਸਵੀਰ ਪ੍ਰਗਟ ਕਰ ਰਿਹਾ ਹੈ, ਕਿਉਂਕਿ ਪਰਮੇਸ਼ਰ ਜਾਣਦਾ ਹੈ ਮਨੁੱਖ ਦੇ ਅੰਦਰ ਕੀ ਹੈ। ਇੱਥੇ ਕੀ ਦੱਸ ਰਿਹਾ ਹੈ? ਕਹਿੰਦਾ ਹੈ ਕਿਉਂਕਿ ਮਨੁੱਖ ਦੇ ਅੰਦਰੋਂ, ਮਨੁੱਖ ਦੇ ਦਿਲ ਵਿੱਚੋਂ ਬੁਰੇ ਖਿਆਲ, ਹਰਾਮਕਾਰੀਆਂ, ਚੋਰੀਆਂ, ਖੂਨ, ਜਨਾਕਾਰੀਆਂ, ਲੋਭ, ਬਦੀਆਂ, ਛਲ, ਮਸਤੀ, ਬੁਰੀ ਨਜ਼ਰ, ਕੁਫਰ, ਹੰਕਾਰ, ਮੂਰਖਤਾਈ ਨਿਕਲਦੀ ਹੈ। ਇਹ ਸਾਰੀਆਂ ਬੁਰੀਆਂ ਗੱਲਾਂ ਅੰਦਰੋਂ ਨਿਕਲਦੀਆਂ ਅਤੇ ਮਨੁੱਖ ਨੂੰ ਭ੍ਰਿਸ਼ਟ ਕਰਦੀਆਂ ਹਨ। ਮਨੁੱਖ ਨੂੰ ਭ੍ਰਿਸ਼ਟ ਕਰਦੀਆਂ। ਔਰ ਜੇ ਭ੍ਰਿਸ਼ਟ ਕਰਦੀਆਂ, ਪਰਮੇਸ਼ਰ ਜਾਣਦਾ ਹੈ ਕਿ ਤੁਹਾਡੇ ਪਾਪ, ਮੇਰੇ ਪਾਪ ਅੰਦਰੋਂ ਕਿਸ ਤਰ੍ਹਾਂ ਦੇ ਹੈ। ਤੇ ਪਰਮੇਸ਼ਰ ਪਵਿੱਤਰ ਹੈ। ਉਹ ਪਵਿੱਤਰ ਪਰਮੇਸ਼ਰ ਪਾਪ ਦੀ ਸਜ਼ਾ ਨੂੰ, ਨਿਆਂ ਨੂੰ ਮੇਰੇ ਅਤੇ ਆਪ ਦੇ ਉੱਤੇ ਪ੍ਰਗਟ ਕਰ ਚੁੱਕਾ ਹੈ। ਰੋਮੀਆਂ 6:23 ਦੇ ਵਿੱਚ ਲਿਖਿਆ ਹੈ, ਪਾਪ ਦੀ ਮਜ਼ਦੂਰੀ ਤਾਂ ਮੌਤ ਹੈ। ਇੱਥੇ ਕਹਿੰਦਾ ਮੈਂ ਜਾਣਦਾ ਹਾਂ ਕਿ ਤੁਹਾਡੇ ਪਾਪ ਭਾਰੀ, ਤੁਸੀਂ ਧਰਮੀ ਨੂੰ ਸਤਾਉਂਦੇ ਅਤੇ ਰਿਸ਼ਵਤ ਲੈਂਦੇ ਅਤੇ ਫਾਟਕਾਂ ਵਿੱਚ ਕੰਗਾਲਾਂ ਦੇ ਨਿਆਂ ਨੂੰ ਵਿਗਾੜਦੇ ਹੋ। ਜਦੋਂ 14 ਆਇਤ ਨੂੰ ਪੜ੍ਹਦਾ ਤਾਂ ਉੱਥੇ ਪਰਮੇਸ਼ਰ ਮੈਨੂੰ ਇੱਕ ਗੱਲ ਕਹਿ ਰਿਹਾ ਹੈ, ਜਿਹੜਾ ਮੇਰੇ ਬਾਰੇ ਜਾਣਦਾ ਹੈ, ਮੇਰੀ ਅੰਦਰ ਦੀ ਬੁਰਾਈ ਨੂੰ ਜਾਣਦਾ ਹੈ, ਮੇਰੇ ਪਾਪ ਨੂੰ ਜਾਣਦਾ ਹੈ, ਮੇਰੇ ਅਜਿਹੇ ਲਾਲ ਅਤੇ ਕਿਰਮਚੀ ਪਾਪਾਂ ਨੂੰ ਜਾਣਦਾ ਹੈ। ਉਹ ਕੀ ਕਹਿ ਰਿਹਾ ਹੈ 14 ਵਿੱਚ? ਹੇ ਲੋਕੋ, ਬੁਰਾਈ ਨੂੰ ਨਹੀਂ ਭਲਾਈ ਨੂੰ ਲੱਭੋ। ਇੱਥੇ ਪਰਮੇਸ਼ਰ ਦੀ ਦਇਆ ਮੇਰੇ ਅਤੇ ਆਪ ਦੇ ਉੱਤੇ ਪ੍ਰਗਟ ਹੋ ਰਹੀ ਹੈ, ਤਾਂ ਕਿ ਤੁਸੀਂ ਜ਼ਿੰਦਾ ਰਹਿ ਸਕੋ। ਹੁਣ ਇੱਥੇ ਪਰਮੇਸ਼ਰ ਕਹਿੰਦਾ ਮੈਂ ਜਾਣਦਾ ਤੁਹਾਡੇ ਪਾਪ, ਪਰ ਤੁਸੀਂ ਬੁਰਾਈ ਨੂੰ ਨਹੀਂ ਭਲਾਈ ਨੂੰ ਲੱਭੋ। ਭਲਾਈ ਸਾਨੂੰ ਮਿਲ ਕਿੱਦਾਂ ਸਕਦੀ ਹੈ? ਅਸੀਂ ਭਲਾਈ ਦੇ ਕੋਲ ਜਾ ਨਹੀਂ ਸਕਦੇ। ਅਸੀਂ ਬੁਰਾਈ ਦੇ ਨਾਲ ਦੱਬੇ ਹੋਏ। ਪਰ ਧੰਨਵਾਦ ਹੈ ਪਰਮੇਸ਼ਰ ਦਾ, ਜਦੋਂ ਅਸੀਂ ਰੋਮੀਆਂ 6:23 ਪੜ੍ਹਦੇ ਹਾਂ, ਕਹਿੰਦਾ ਪਾਪ ਦੀ ਮਜ਼ਦੂਰੀ ਤਾਂ ਮੌਤ ਹੈ, ਪਰ ਪਰਮੇਸ਼ਰ ਦੀ ਬਖਸ਼ਿਸ਼, ਪਰਮੇਸ਼ਰ ਦੀ ਭਲਾਈ ਮੇਰੇ ਜੀਵਨ ਦੇ ਵਿੱਚ ਯਿਸੂ ਮਸੀਹ ਦੇ ਰਾਹੀਂ ਅਨੰਤ ਜੀਵਨ ਹੈ, ਸਦਾ ਦਾ ਜੀਵਨ ਹੈ। ਪਰ ਕਰਨਾ ਕੀ ਹੈ? ਬਾਣੀ ਦੇ ਵਿੱਚ ਲਿਖਿਆ ਹੈ, ਤੁਸੀਂ ਤੌਬਾ ਕਰੋ ਅਤੇ ਮੁੜੋ ਅਤੇ ਜਿੰਦੇ ਰਹੋ, ਜੀਵੰਤ ਰਹੋ। ਤੌਬਾ ਕਰੋ ਅਤੇ ਮੁੜੋ ਅਤੇ ਹਮੇਸ਼ਾ ਜ਼ਿੰਦਾ ਰਹੋ। ਕਿਉਂਕਿ ਅਸੀਂ ਪਰਮੇਸ਼ਰ ਦੀ ਬਾਣੀ ਦੇ ਵਿੱਚ ਪੜ੍ਹਦੇ ਹਾਂ, ਕਹਿੰਦਾ ਹੈ ਪਰਮੇਸ਼ਰ ਨੂੰ ਕਿਸੇ ਦੇ ਮਰਨ ਤੇ ਖੁਸ਼ੀ ਨਹੀਂ। ਉਹ ਚਾਹੁੰਦਾ ਹੈ ਕਿ ਉਹ ਮੁੜਨ ਅਤੇ ਜਿਉਂਦੇ ਰਹਿਣ। ਮੁੜਨ ਦਾ ਮਤਲਬ ਪਛਤਾਤਾਪ ਕਰਨਾ, ਮੁੜਨ ਦਾ ਮਤਲਬ ਤੌਬਾ ਕਰਨੀ। ਤੌਬਾ ਕਰਨ ਦਾ ਮਤਲਬ ਆਪਣੇ ਜੋ ਮੈਂ ਗੁਨਾਹ, ਜਿਨ੍ਹਾਂ ਨੂੰ ਪਰਮੇਸ਼ਰ ਜਾਣਦਾ ਹੈ, ਉਹਨੂੰ ਪਰਮੇਸ਼ਰ ਦੇ ਅੱਗੇ ਪ੍ਰਭੂ ਯਿਸੂ ਮਸੀਹ ਵਿੱਚ ਮੰਨ ਲੈਣਾ। ਇਹਦਾ ਮਤਲਬ ਪਰਮੇਸ਼ਰ ਨੇ ਜੋ ਮੇਰੇ ਉੱਤੇ ਭਲਾਈ ਕੀਤੀ ਹੈ ਆਪਣੇ ਪੁੱਤਰ ਦੇ ਰਾਹੀਂ, ਮਤਲਬ ਜਿਹੜੇ ਪਾਪ ਮੈਂ ਕੀਤੇ ਸੀ ਉਹਨਾਂ ਪਾਪਾਂ ਨੂੰ ਉਹਦੇ ਪੁੱਤਰ ਪ੍ਰਭੂ ਯਿਸੂ ਮਸੀਹ ਨੇ ਆਪਣੇ ਉੱਤੇ ਚੁੱਕ ਲਿਆ। ਮਤਲਬ ਕੋਈ ਸਾਡੇ ਇਸ ਦੁਨੀਆ ਦੇ ਵਿੱਚ ਪਾਪ ਮਾਫ ਕਰਨ ਵਾਲਾ ਨਹੀਂ ਹੈ। ਕੋਈ ਪੀਰ, ਪੈਗੰਬਰ, ਦੇਵੀ ਦੇਵਤਾ ਸਾਡੇ ਪਾਪ ਨੂੰ ਮਾਫ ਕਰਨ ਵਾਲਾ ਨਹੀਂ ਹੈ। ਬਾਣੀ ਦੱਸਦੀ ਹੈ ਇੱਕੋ ਹੀ ਆ ਪਾਪ ਨੂੰ ਮਾਫ ਕਰਨ ਵਾਲਾ, ਔਰ ਇੱਕ ਦੇ ਕੋਲ ਹੀ ਪਾਪ ਮਾਫ ਕਰਨ ਦਾ ਇਖਤਿਆਰ ਹੈ। ਉਹ ਹੈ ਪ੍ਰਭੂ ਯਿਸੂ ਮਸੀਹ। ਉਹ ਹੈ ਪ੍ਰਭੂ ਯਿਸੂ ਮਸੀਹ, ਜਿਹਨੇ ਆਖਿਆ
ਮਨੁੱਖ ਦੇ ਪੁੱਤਰ ਨੂੰ ਪਾਪ ਮਾਫ ਕਰਨ ਦਾ ਵੀ ਅਧਿਕਾਰ ਹੈ। ਮਰਕੁਸ 2:11 ਦੇ ਵਿੱਚ। ਇਹਦਾ ਮਤਲਬ ਅਸੀਂ ਉਹਦੇ ਕੋਲ ਜਾਣਾ ਹੈ ਜਿਹੜਾ ਮੇਰੇ ਪਾਪ ਨੂੰ ਜਾਣਦਾ ਤੇ ਮੇਰੇ ਪਾਪ ਨੂੰ ਮਾਫ ਕਰ ਸਕਦਾ ਹੈ। ਉਹ ਹੈ ਯਿਸੂ ਮਸੀਹ। ਉਹਨੇ ਜਾਣ ਲਿਆ ਕਿ ਮੇਰੇ ਅੰਦਰ ਕੀ ਹੈ, ਉਹਨੇ ਦੱਸ ਦਿੱਤਾ। ਪਰ ਉਹਨੇ ਇਹ ਵੀ ਦੱਸ ਦਿੱਤਾ, ਜੇ ਤੁਸੀਂ ਆਪਣੇ ਪਾਪਾਂ ਤੋਂ ਮਾਫੀ ਮੰਗੋ, ਮੰਨ ਲਓ ਉਹਦੇ ਅੱਗੇ, ਤਾਂ ਉਹ ਮਾਫ ਕਰਨ ਦੇ ਵਿੱਚ ਧੀਰਜੀ ਹੈ। ਬਾਣੀ 'ਚ ਲਿਖਿਆ ਯਿਸੂ ਮਸੀਹ ਦਾ ਲਹੂ ਸਾਨੂੰ ਸਾਰੇ ਪਾਪਾਂ ਤੋਂ ਸ਼ੁੱਧ ਕਰਦਾ ਹੈ। ਬਾਣੀ ਦੇ ਵਿੱਚ ਲਿਖਿਆ 1 ਯੋਹੰਨਾ 1:9 ਦੇ ਵਿੱਚ, ਜੇ ਅਸੀਂ ਆਪਣੇ ਪਾਪਾਂ ਦਾ ਇਕਰਾਰ ਉਹਦੇ ਅੱਗੇ ਕਰੀਏ ਤਾਂ ਉਹ ਸਾਡੇ ਪਾਪਾਂ ਨੂੰ ਮਾਫ ਕਰਨ ਦੇ ਵਿੱਚ ਵਿਸ਼ਵਾਸਯੋਗ ਧਰਮੀ ਹੈ। ਇਹਦਾ ਮਤਲਬ ਯਿਸੂ ਮਸੀਹ ਦੇ ਵਿੱਚ ਮੇਰੇ ਸਾਰੇ ਪਾਪ ਮਾਫ ਹੋ ਸਕਦੇ ਆ, ਜਿੱਥੇ ਉਹ ਕਹਿੰਦਾ ਮੈਂ ਜਾਣਦਾ ਹਾਂ ਤੁਹਾਡੇ ਪਾਪ ਬਹੁਤ ਭਾਰੀ ਹੈ। ਤੇ ਇੱਥੇ ਕਹਿੰਦਾ ਹੈ ਜੇ ਤੁਸੀਂ ਭਲਾਈ ਨੂੰ ਲੱਭੋ ਤਾਂ ਤੁਸੀਂ ਜਿਉਂਦੇ ਰਹੋਗੇ। ਇਹਦਾ ਮਤਲਬ ਜਿਹੜੇ ਯਿਸੂ ਮਸੀਹ ਦੇ ਕੋਲ ਆ ਗਏ ਉਹ ਹਮੇਸ਼ਾ ਲਈ ਜੀਵੰਤ ਰਹਿਣਗੇ, ਕਿਉਂਕਿ ਯਿਸੂ ਮਸੀਹ ਉਹਨਾਂ ਦੇ ਪਾਪਾਂ ਨੂੰ ਮਾਫ ਨਹੀਂ ਕਰਦਾ, ਬਲਕਿ ਉਹ ਉਹਦੇ ਵਿੱਚ ਆਪਣੇ ਵਿਸ਼ਵਾਸ ਕਰਨ ਵਾਲੇ ਨੂੰ ਪਰਮੇਸ਼ਰ ਦੇ ਪੁੱਤਰ ਹੋਣ ਦਾ ਹੱਕ ਵੀ ਦਿੰਦਾ। ਇਹਦਾ ਮਤਲਬ ਪੁੱਤਰ ਹਮੇਸ਼ਾ ਪਰਮੇਸ਼ਰ ਦੇ ਨਾਲ ਰਹੇਗਾ, ਜੀਵੰਤ ਰਹੇਗਾ। ਉਸ ਸਮੇਂ ਤਾਂ ਆਮੋਸ ਪਰਮੇਸ਼ਰ ਦੇ ਵਚਨ ਨੂੰ ਇਸ ਤਰ੍ਹਾਂ ਪ੍ਰਗਟ, ਅੱਜ ਪ੍ਰਭੂ ਯਿਸੂ ਮਸੀਹ ਦੇ ਵਿੱਚ ਪਰਮੇਸ਼ਰ ਦਾ ਵਚਨ ਮੇਰੇ ਕੋਲ ਹੈ। ਜਿਹੜਾ ਮੇਰੇ ਉੱਤੇ ਨਿਚਾ ਕਰਦਾ ਹੈ ਉਹ ਕਦੇ ਨਾ ਮਰੇਗਾ। ਜਿਹੜਾ ਮੇਰੇ ਉੱਤੇ ਨਿਚਾ ਕਰਦਾ, ਯਿਸੂ ਮਸੀਹ ਕਹਿੰਦਾ, ਉਹ ਕਦੇ ਨਾ ਮਰੇਗਾ, ਕਿਉਂਕਿ ਉਹ ਉਹਨੂੰ ਸਦਾ ਦਾ ਜੀਵਨ ਦੇਣ ਵਾਸਤੇ ਜਿਉਂਦਾ ਹੈ। ਇਸ ਲਈ ਮੇਰੇ ਪਿਆਰੇ ਅਜ਼ੀਜ਼, ਉਹ ਕਹਿੰਦਾ ਹੈ ਇਹ ਕਿਹੜਾ ਸੱਚ ਠਹਿਰੇ ਕਿ ਸੈਨਾਵਾਂ ਦਾ ਯਹੋਵਾ ਤੁਹਾਡੇ ਅੰਗ ਸੰਗ ਹੈ। ਜਦੋਂ ਅਸੀਂ ਪਰਮੇਸ਼ਰ ਪੁੱਤਰ ਨੂੰ ਸਵੀਕਾਰ ਕਰ ਲੈਂਦੇ ਹਾਂ ਤਾਂ ਉਹਦਾ ਅੰਤਿਮ ਆਸ਼ੀਸ਼ ਵਾਲਾ ਵਚਨ ਮੇਰੇ ਕੋਲ ਆਉਂਦਾ ਹੈ ਕਿ ਯੁੱਗ ਦੇ ਅੰਤ ਤੱਕ ਸदैव ਮੈਂ ਤੁਹਾਡੇ ਨਾਲ ਹਾਂ। ਪਾਪਾਂ ਤੋਂ ਮਾਫੀ ਮੰਗੋ ਅਤੇ ਪਰਮੇਸ਼ਰ ਦੀ ਹਜ਼ੂਰੀ ਹਮੇਸ਼ਾ ਤੁਹਾਡੇ ਨਾਲ ਰਹੇਗੀ। ਉਹ ਕਦੇ ਵੀ ਤੁਹਾਡੇ ਤੋਂ ਜੁਦਾ ਨਹੀਂ ਹੋਵੇਗਾ। ਉਹ ਤੁਹਾਨੂੰ ਸੱਚਾਈ ਦੇ ਨਾਲ ਚੱਲਣ ਦੇ ਲਈ ਬਲ ਦੇਵੇਗਾ, ਪ੍ਰੇਮ ਦੇ ਵਿੱਚ ਰਹਿਣ ਦੇ ਲਈ ਆਪਣੀ ਏਕਤਾ ਦੇਵੇਗਾ, ਪਰਮੇਸ਼ਰ ਦੇ ਰਾਜ ਵਿੱਚ ਪਹੁੰਚਣ ਦੇ ਲਈ ਆਪਣੀ ਧਾਰਮਿਕਤਾ ਦੇ ਨਾਲ ਆਪ ਨੂੰ ਚੱਲਣ ਵਾਲਾ ਅਤੇ ਬੋਲਣ ਵਾਲੀ ਅਤੇ ਸਮਝਣ ਵਾਲੀ ਸਮਰੱਥ ਦੇਵੇਗਾ। ਜੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਆਪਣੇ ਪਾਪਾਂ ਤੋਂ ਮੁਕਤ ਹੋਈਏ ਤੇ ਅੱਜ ਯਿਸੂ ਮਸੀਹ ਦੇ ਵਿੱਚ ਤੁਸੀਂ ਉਸ ਮੁਕਤੀ ਨੂੰ ਪ੍ਰਾਪਤ ਕਰ ਸਕਦੇ ਹੋ, ਕਿਉਂਕਿ ਮੁਕਤੀ ਕੇਵਲ ਯਿਸੂ ਮਸੀਹ ਵਿੱਚ ਹੈ। ਪਰਮੇਸ਼ਰ ਆਪ ਨੂੰ ਪਾਪਾਂ ਤੋਂ ਮੁਕਤੀ ਪ੍ਰਾਪਤ ਕਰਨ ਦੇ ਲਈ ਯਿਸੂ ਮਸੀਹ ਦੇ ਕੋਲ ਆਉਣ ਦੇ ਲਈ ਆਪ ਦੀ ਮਦਦ ਕਰੇ। ਪ੍ਰਭੂ ਆਪ ਨੂੰ ਇਸ ਵਚਨ ਦੇ ਨਾਲ ਆਸ਼ੀਸ਼ ਦੇਵੇ। ਜੈ ਮਸੀਹ ਦੀ। ਮਹਾਰਾਜ।